ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਤਤ ਵਿਚਾਰੇ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਗਟ ਜੋਨ ਗਰਭ ਨਾਇਓ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਚੌਥਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮਾਥਾ। ਮੇਰੇ ਹੀਰੇ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰੇ ਮਾਤਾ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਜਪ ਰਾਮ ਨਾਮ ਸਭ ਅਰਥਾ। ਗੁਰ ਪੂਰੇ ਹਰ ਨਾਮ ਵਿੜਾਇਆ। ਬਿਨ ਨਾਵੇਂ ਜੀਵਨ ਬਿਰਥਾ ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ।
ਤਿਨ ਸਫਲਿਓ ਜਨਮ ਸਨਾਥਾ। ਮੋਕੋ ਕੀਜੇ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਤ ਨਾਥਾ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉ ਚੱਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੇ ਮਿਲੰਥਾ। ਹਮ ਅੰਧਲੇ ਗਿਆਨ ਹੀਨ ਅਗਿਆਨੀ, ਕਿਉ ਚੱਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੇ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਰੂਹਾਨੀਅਤ ਦੇ ਸੋਮੇ ਗੁਣਾਂ ਦੇ ਸਾਗਰ, ਘਟ ਘਟ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਨਤ, ਹਾਜ਼ਰਾਂ ਹਜ਼ੂਰ ਸਰਬ ਕਲਾ ਭਰਪੂਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਨਿਆਸਿਆਂ ਦੇ ਆਸਰੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਣੋ, ਆਵਣ ਭਾਗੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ, ਅੰਮ੍ਰਿਤ ਬਾਣੀਆਂ ਤੇ ਜਾਪ, ਰੱਬੀ ਲਾਈ ਕੀਰਤਨ ਆਪ ਜੀ ਨੇ ਸਰਵਣ ਕੀਤਾ, ਵਡ ਭਾਗੇ ਹੋ। ਇਸ ਤੋਂ ਉਪਰੰਤ ਜੋ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੁਕਮ ਹੈ, ਆਪ ਜੀ ਨੇ ਸਰਵਣ ਕੀਤਾ। ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਬਖਸ਼ਿਸ਼ ਕਰਦੇ ਨੇ। ਸਤਿਗੁਰਾਂ ਦੀ ਅੰਮ੍ਰਿਤ ਰਸਨਾ ਤੋਂ ਅਨਮੋਲ ਇਲਾਹੀ ਦਰਗਾਹੀ ਬਚਨ ਪ੍ਰਗਟ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 696 ਅੰਗ ਦੇ ਅਨਮੋਲ ਬਚਨ ਸਭਾਏਮਾਨ ਹਨ। ਜੈ ਸ੍ਰੀ ਰਾਮ ਵਿੱਚ ਦਰ। ਧੰਨ ਗੁਰੂ ਰਾਮਦਾਸ ਜੀ ਇਹ ਕਿਰਪਾ ਕਰਦੇ ਨੇ, ਜੋ ਸ਼ਬਦ ਦਾ ਜੋ ਵਿਸ਼ਾ ਹੈ, ਜੋ ਪ੍ਰਕਰਮ ਹੈ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਨ ਹੈ। ਸਾਰਾ ਸੰਸਾਰ ਗੁਰੂ ਨਾਨਕ ਲੇਵਾ ਇਹ ਸ਼ਰਧਾ ਨਾਲ ਮਨਾ ਰਿਹਾ ਵੀ ਇਹ ਦਿਨ ਬਹੁਤ ਅਨਮੋਲ ਦਿਨ ਹੈ। ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਸੰਸਾਰ ਦੇ। ਜਿੰਨੀ ਕਿ ਮਹਾਰਾਜ ਦੀ ਸੇਵਕ ਤੌਰ 'ਤੇ ਉਮਰ ਸੀ, ਉਹਦੇ ਨਾਲੋਂ ਕਈ ਗੁਣਾ ਜ਼ਿਆਦਾ, ਕਈ ਐਡਾ ਵੱਡਾ ਕਾਰਜ ਕੀਤਾ ਕਿ ਕਿਤੇ ਨਹੀਂ ਕੀਤੀ ਜਾ ਸਕਦੀ। ਅੱਜ ਸਾਰਾ ਸਿੱਖ ਜਗਤ ਬੜੀ ਸ਼ਰਧਾ ਨਾਲ, ਪਿਆਰ ਨਾਲ ਮਨਾ ਰਿਹਾ। ਗੁਰੂ ਰਾਮਦਾਸ ਜੀ ਮਹਾਰਾਜ ਬੜੀ ਕਿਰਪਾ ਬਖਸ਼ਿਸ਼ ਕੀਤੀ। ਜੋ ਅੱਜ ਦਾ ਜੋ ਹੁਕਮ ਹੈ ਮਹਾਰਾਜ ਜੀ ਦਾ, ਜੋ ਰਾਵ ਦੇ ਬਚਨ ਹਨ, 4 ਪਦਿਆਂ ਦਾ ਇਹ ਸ਼ਬਦ ਹੈ। ਜੈ ਸ੍ਰੀ ਮਹੱਲਾ ਚੌਥਾ। ਜੈ ਸ੍ਰੀ ਰਾਵ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ। ਘਰ ਪਹਿਲਾ ਚੌਪਦੇ, ਪਹਿਲੇ ਘਰ ਵਿੱਚ ਦਰਜ 4 ਪਦਿਆਂ ਦਾ ਇਹ ਸ਼ਬਦ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪ੍ਰਮਾਤਮਾ ਇੱਕ ਹੈ, ਉਸੇ ਸਿਵਾ ਹੋਰ ਕੋਈ ਨਹੀਂ। ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹੀ ਮਿਲਾਪ ਹੁੰਦਾ ਹੈ। ਗੁਰੂ ਦੀ ਬਖਸ਼ਿਸ਼ ਸ਼ਬਦ ਗੁਰੂ ਜੀ ਨਾਲ ਜੁੜ ਕੇ ਕਾਲਪੁਰਖ ਜੀ ਨਾਲ ਸੰਗ। ਜੋ ਰਾਵ ਦੇ ਮਹਾਰਾਜ ਦੇ ਬਚਨ ਸਾਰੇ ਸ਼ਬਦ ਦਾ ਜੋ ਵਿਸ਼ਾ, ਜੋ ਪ੍ਰਕਰਮ ਹੈ ਨਾ, ਅੰਤਰੀ ਭਾਗ ਹੈ ਰਾਵ ਦੇ ਬਚਨ।
ਰਾਹੁ ਦਾ ਭਲਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਇਹ ਮੇਰੇ ਮਨ, ਭਜ ਦਾ ਮਤਲਬ ਹੈ ਭਜਨ ਸਿਮਰਨ। ਇਹ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਉਸ ਵਾਹਿਗੁਰੂ ਜੀ ਦਾ ਭਜਨ ਕਰ ਇਹ ਮਨ, ਜਿਹੜਾ ਕਿ ਸਾਰੇ ਹੀ ਪਦਾਰਥਾਂ ਦਾ ਖਜ਼ਾਨਾ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਵਾਹਿਗੁਰੂ ਦਾ ਨਾਮ ਸਾਰੇ ਹੀ ਸੁੱਖਾਂ ਦਾ, ਸਾਰੇ ਹੀ ਦਾਤਾਂ ਦਾ ਖਜ਼ਾਨਾ ਹੈ। ਅਰਥ ਹੈ ਉਲਟ ਸਵਾਲ ਕੋਈ। ਗੁਰ ਪੂਰੇ ਹਰ ਨਾਮ ਦਿੜਾਇਆ। ਪੂਰੇ ਗੁਰੂ ਨੇ ਨਾਮ ਨੂੰ ਦਿੜਾਤਾ। ਪੂਰੇ ਗੁਰੂ ਨੇ ਨਾਮ ਪੱਕਾ ਕਰ ਦਿੱਤਾ ਮਨ ਦੇ। ਗੁਰ ਪੂਰੇ ਹਰ ਨਾਮ ਦਿੜਾਇਆ। ਬਿਨ ਨਾਮੇ ਜੀਵਨ ਬਿਰਥਾ ਰਹਾਓ। ਬਿਨਾ ਨਾਮ ਤੋਂ ਬੰਦੇ ਦਾ ਜੀਵਨ ਬੇਅਰਥ ਹੈ। ਮੇਰੇ ਮਨ ਉਸ ਵਾਹਿਗੁਰੂ ਦਾ ਸਿਮਰਨ ਕਰ, ਸਾਰੇ ਹੀ ਸੁੱਖ ਦੇਣ ਵਾਲਾ, ਸਾਰੇ ਹੀ ਪਦਾਰਥਾਂ ਦਾ ਉਹ ਤੱਤ ਹੈ। ਗੁਰੂ ਪੂਰੇ ਨੇ ਇਹ ਨਾਮ ਦਿੜਾਇਆ। ਪੂਰੇ ਗੁਰੂ ਦੀ ਗੱਲ ਕੀਤੀ ਮਹਾਰਾਜ ਨੇ, ਪੂਰੇ ਸਤਿਗੁਰੂ ਦੀ ਗੱਲ ਕੀਤੀ। ਬਿਨਾਂ ਪੂਰੇ ਗੁਰੂ ਤੋਂ ਬਗੈਰ ਨਾਮ ਨਹੀਂ ਮਿਲ ਸਕਦਾ। ਜਿਹੜਾ ਪੂਰਨ ਹੈ, ਪੂਰਾ ਅਧੂਰਾ ਗੁਰੂ ਤਾਂ ਬਹੁਤ ਮਿਲਣਗੇ। ਪੂਰਨ ਹੈ, ਪੂਰਨ ਹੈ, ਪੂਰਨ ਗੁਰੂ ਸ਼ਬਦ ਗੁਰੂ ਸਾਰੀ ਸ੍ਰਿਸ਼ਟੀ ਨੂੰ ਸਾਸਰਾ ਦੇ ਨਾਮ। ਬਿਨ ਨਾਮੇ, ਬਿਨ ਨਾਮੇ, ਬਿਨਾ ਨਾਮ ਤੋਂ ਜੀਵਨ ਮਤਲਬ ਜੋ ਮਨੁੱਖਾ ਸਰੀਰ, ਜੋ ਮਨੁੱਖਾ ਜੀਵਨ ਮਿਲਿਆ ਹੈ, ਬਿਰਥਾ। ਬਿਰਥੇ ਦਾ ਮਤਲਬ ਵੀ ਬਿਨਾ ਨਾਮ ਤੋਂ ਬੰਦੇ ਦਾ ਜੀਵਨ ਜਿਹੜਾ ਨਾ ਕਿਸੇ ਵੀ ਅਰਥ ਨਹੀਂ ਹੈ, ਬੇਅਰਥ ਹੈ। ਸਾਰੇ ਕੰਮ ਕੀਤੇ ਹੋਏ ਬੇਅਰਥ ਹੈ। ਰਾਹੁ ਇਹ ਹੈ ਮਹਾਰਾਜ ਜੀ ਦਾ ਇਹ ਸ਼ਬਦ, ਗੁਰੂ ਰਾਮਦਾਸ ਜੀ ਦਾ। ਹੁਣ ਅਸੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਜੋ ਅੱਜ ਦਿਨ ਸਾਰੀ ਸੰਗਤ ਮਨਾ ਰਹੀ, ਸਤਿਗੁਰੂ ਜੀ ਨੇ ਬੜੀ ਵੱਡੀ ਸੰਸਾਰ ਦੇ ਕਿਰਪਾ ਕੀਤੀ। ਸ਼ਹੀਦਾਂ ਦੇ ਸਿਰ ਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਹੀਦੀ ਜਦੋਂ ਮਹਾਰਾਜ ਦੀ ਸ਼ਹੀਦੀ ਹੋਈ ਹੈ, ਉਹਦਾ ਇੱਕ ਕਾਰਨ ਸੀ। ਉਹ ਸਤਿਗੁਰੂ ਜੀ ਨੇ ਨਾ ਗੁਰੂ ਨਾਨਕ ਸਾਹਿਬ ਜੀ ਦੀ ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰ ਸੀ, ਜੋ ਮਹਾਰਾਜ ਜੀ ਉਸ ਨੂੰ ਅੱਗੇ ਕੀਤਾ। ਅਤੇ ਜਿੰਨੀ ਬਾਣੀ ਸੀ ਨਾ ਸਾਰੀ ਗੁਰੂ ਸਾਹਿਬ ਜੀ ਦੀ ਉਹਨਾਂ ਨੇ ਇਕੱਤਰ ਕੀਤੀ ਅਤੇ ਭਗਤਾਂ ਦੀ ਬਾਣੀ ਨੂੰ ਇਕੱਠਾ ਕੀਤਾ। ਅਤੇ ਫਿਰ ਮਹਾਰਾਜ ਨੇ ਪੂਰਨ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, ਆਪਣੀ ਸਤਿਗੁਰਾਂ ਦੀ ਬਾਣੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ, ਬਾਅਦ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤੀ। ਸਤਿਗੁਰੂ ਨਾਨਕ ਸਾਹਿਬ ਜੀ ਦੀ ਬਾਣੀ 19 ਰਾਗਾਂ ਦੇ ਵਿੱਚ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 62 ਸਲੋਕ, ਗੁਰੂ ਅਮਰਦਾਸ ਮਹਾਰਾਜ ਜੀ ਦੇ 17 ਰਾਗਾਂ 'ਚ ਬਾਣੀ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੋਰ ਰਾਗ ਵਧਾ ਕੇ ਅਤੇ 30 ਰਾਗਾਂ ਦੇ ਵਿੱਚ ਬਾਣੀ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ 30 ਰਾਗਾਂ ਦੇ ਵਿੱਚ। ਪੰਦਰਾਂ ਭਗਤਾਂ ਦੀ ਬਾਣੀ, 6 ਗੁਰੂ ਸਾਹਿਬ ਦੀ ਬਾਣੀ ਅਤੇ 4 ਗੁਰਸਿੱਖਾਂ ਦੀ ਬਾਣੀ। ਇਹ ਮਹਾਰਾਜ ਜੀ ਨੇ ਨਾ ਬੜੀ ਵੱਡੀ ਕਿਰਪਾ ਕੀਤੀ ਸੰਸਾਰ 'ਚ। ਜਦੋਂ ਪ੍ਰਿਥਵੀ ਚੰਦ ਜੀ ਨਾਲ ਗੁਰੂ ਸਾਹਿਬ ਜੀ ਨਾਲ ਬੜੀ ਵਿਰੋਧਤਾ ਕਰਦੇ ਨੇ, ਵੱਡੇ ਭਰਾ ਜਿਹੜੇ, ਕਿਉਂਕਿ ਗੁਰੂ ਅਰਜਨ ਦੇਵ ਜੀ ਧੁਰ ਤੋਂ ਹੀ ਗੁਰੂ ਬਣ ਕੇ ਆਏ ਨੇ।
तत विचार जे मथुरा, जग तारण को अवतार बनायो, जप्यो जिन अर्जन देव गुरु, ते संकट जो जोन गर्भ ना आयो। तत विचार, तत के विचार के नाल ना ये बचन करते हैं भट्ट साहब मथुरा जी। भाई असी तत विचार नाल ये बचन करते हैं भाई जगत नूं तारन वास्ते गुरु अर्जन देव जी आए। सारे जगत नूं तारन वास्ते आए। पृथ्वी चंद जी बड़ा विरोध करते हैं, किसी न किसी तरीके नाल मनु गद्दी विरासत हो जाए, पर गद्दी तो धुर तो ही कारपुख के घर के विचों ही गुरु बन के आए हैं। तै जन्मत गुरमत ब्रह्म पछाणियो, कल योड़ कस यश बखाणियो। तुसी तां जन्म तो ही गुरमत नूं पछाणिया, तुसी तां जन्म तो ही ब्रह्म ज्ञानी हो, ब्रह्म नूं पछाणिया ते तुसी सारे संसार नूं तारन आए। गोइंदवाल साहब की धरती के उत्ते गुरु अमरदास जी कृपा कर रहे हैं। भाई गुरदास जी की वारा हैं, सो टिका सो छत्र सोई, सच्चा तख चकाई, गुरु नानक हंदी मोर हथ, गुरु अंगद दी दोही फराई, दिता छट करता तू बैठ खडूरे जोत जगाई, जमे पूर विद्या होर करी चतराई, लैणे पाई नानको देनी अमरदास घर आई। यही जोत जिहड़ी है करतारपुर तो खंडूर साहब आई, खंडूर साहब तो गोइंदवाल साहब आई। लैणे पाई नानको देनी अमरदास घर आई, गुरु बैठा हो अमर सूप। गुरु अमरदास जी ने ना गोंदवाल साहब की धरती उत्ते बख्शा की। उत्थे गुरु रामदास जी आए, भाई जेठा जी आए, सेवा सिमर में जुड़े, तो गुरु नानक साहब जी गद्दी के मालिक बने। गुरु अमरदास जी के बीबी भानी जी का रिश्ता किया भाई जेठा जी के नाल। जदों सेवा करते सन, नाम से जुड़े हुए, नाम से रंगे हुए, तो माता जी कहते ने बई साडी जिहड़ी पुत्री है जवान हो गई है, इसका रिश्ता करना है, तो इहो जिहा कोई होवे भाई जेठे वर्गा बच्चा लड़का हो। फिर गुरु अमरदास जी कहते भी धरती के उत्ते तो जे भाई जेठे वर्गा तो यही है, होर कोई नहीं। फिर उन्होंने रिश्ता किया, पर गुरु रामदास जी बने। गुरु रामदास जी उस तरह ही सेवा करते रहे, मन च इन्ना नहीं है कि मैं गुरु अमरदास जी के घर की जवाई हाँ, सेवा सिमरन में जुड़े। गोंदवाल साहब की धरती के उत्ते कृपा हो, नानक साहब की गद्दी के मालिक बने। उन्होंने घर 3 पुत्रा ने साहिबजादियां ने का जन्म होया। पहले बड़े सन बाबा पृथ्वी चंद जी, दूजे महादेव जी, तीजे गुरु अर्जन देव जी। धन गुरु अर्जन देव जी की परवरिश ना जी, क्योंकि जन्म तो ही ना गुरु अमरदास जी ने उन्होंने बड़ा नेह ते बड़ा प्यार सी, पर गुरु साहब जानते सन धुर तो गुरु बन के आए हैं, गद्दी के मालिक बने। जिन्ना प्यार मिले गुरु
सतगुरु जी ने गुरमत की सोझी मिली। तो एक दिन की गल है, रिड़ते रिड़ते ना गुरु साहब जी आराम कर रहे सन तो उन्होंने तखत में हिलाया तो एकदम महाराज उठे, कहते कौन है भाई? तो भी भानी जी कहते दोता है। बड़े खुश होए, कहते दोता बाणी का होता। एक तखत का मालिक समा आए वर देता महाराज जी। जदों भी महाराज प्रसादा छकते तो रिड़ते रिड़ते आ जाते तो थाल में हथ मारते तो महाराज कहते ने रुक जा भाई, थाल दिया मालिका, ये थाल सारे संसार को परोस के देना है। धरती के उत्ते ऐसा मिसाल नहीं बननी। वो भोजन जो सचखंड का भोजन है वो सारे जगत में बनना समा है। गुरु अर्जन देव जी महाराज का जो जीवन से 11 साल तक गुरु अमरदास जी के को नाल ही रहे। बड़िया बख्शा ते बड़िया कृपा हुई। जन्म तो ही चौगड़ा मार के नाम सिमरन बाणी जी जुड़ते थे। बड़े जोड़े सन पृथ्वी चंद जी ना, वो बड़े सियाने पढ़े लिखे सूझबन सन। तो जोड़े उन्होंने छोटे सन महादेव जी, वो एकदम मतलब सन्यासी टैप एकदम चुप, किसी ना लैन नहीं दे। कि गुरु अर्जन देव जी सेवा सिमरन बाणी दे विच हर वक्त ही लीन रहा करते। हुण समा आ गया, गुरु रामदास जी जानते हैं भाई। तो गुरु रामदास जी के भरा ससारी लाल जी हलौर दे विच ने, उन्होंने हिस्से विचों तो उन्होंने सुनेहा आया भाई महाराज तुसीं उहदे दर्शन दवो विआह दे। तो गुरु जी ने कहा जरूर असीं दर्शन देवांगे, असीं नहीं तो असीं किसी अपने साहिबजादे नूं भेजांगे, वो कारज बड़ा प्यार नाल बड़ा वधिया किया जाएगा। पृथ्वी चंद जी ने बुलाया, बेटा तुसीं जाओ विआह की रस्म विच शामिल होवो। तो उत्थे जाके गुरु नानक साहब जी की बाणी, गुरु नानक साहब जी का जो मर्यादा है संगतां नूं सुनाओ। एक कारज दे नाल ही होएगा। उन्होंने अगों जवाब दिता भी महाराज तुसीं जानते ही हो कि मैं जे इत्थों चला गया तो कौन कारज संभालणगे, क्योंकि सारा लेखा जोखा मेरे को है। सारा लेखा जोखा हिसाब किताब संगतां दा चला गया तो विघन पवेगा, तुसीं होर किसी नूं भेज। लेकिन सेवा जरूर करते सन, सेवा भी करते सन, सियाणे भी समझदार सन, पर मन दे विच इह सी भी मैं बहुत सेवा करता, मेरे वर्गा कोई सियाणा नहीं। महाराज कहते ठीक है, नाले कहते महाराज गर्मी बड़ी है, गर्मी का समा। महाराज कहते कोई गल नहीं। बाबा महादेव जी ने कहा जाओ बेटा तुसीं जाओ। उन्होंने यही जवाब दिता पिता जी की लोड़ जान की, ना कोई सज्जन है, ना कोई मित्र है, ना कोई माँ, ना भैन, ना भरा, कोई रिश्ता नहीं है, एकदम मस्त। उन्होंने भी ना करती। पर जदों गुरु अर्जन देव जी महाराज ने कहा जाओ बेटा तुसीं जाओ, उन्होंने 7 वचन कहा, पिता जी 7 वचन। हुण 3 बिरतियां हो गई ना, एक बिरती ये तिने बिरतियां साडे ते लागू नहीं है। पहली बिरती पृथ्वी चंद जी सियाणे भी ने, समझदार ने, पढ़े लिखे ने, सेवा बड़ी करते हैं, पर मन च यह है कि मैं बड़ा सियाणा, मेरे तो बगैर सेवा नहीं होनी। साढ़े विच भी इस तरह में कई गुरसिख बड़ी सेवा करते हैं, बड़ी उन्हें सेवना भावना भी है, बड़ा कुछ है, मन कर सेवा करते हैं। पर एक गल उन्होंने
ਕਈਆਂ 'ਚ ਆ ਜਾਂਦੀ ਵੀ ਲੈ ਜੀ ਅਸੀਂ ਬੜੀ ਸੇਵਾ ਕੀਤੀ, ਬੜੇ ਸਿਆਣੇ ਆ, ਮੇਰੇ ਤੋਂ ਬਗੈਰ ਸੇਵਾ ਨਹੀਂ ਕਰ ਸਕਦਾ। ਤੇ ਦੂਜੀ ਬਿਰਤੀ ਹੈ, ਕਈ ਬੰਦੇ ਐਸੇ ਨੇ, ਕੀ ਜਾਣਾ ਗੁਰਦੁਆਰੇ ਲੈ ਜਾਣਾ, ਕੀ ਲੋੜ ਆ, ਮਸਤ ਰਹੋ, ਖਾਓ ਪੀਓ ਮੌਜ ਕਰੋ, ਕੀ ਲੋੜ ਆ ਕਿਸੇ ਨਾਲ ਰਿਸ਼ਤਾ ਕਰਨ ਦੀ। ਕਈ ਬੰਦੇ ਐਸੇ ਵੀ ਨੇ, ਸੰਗਤ ਵਿੱਚ ਵੀ ਨਹੀਂ ਆਉਂਦੇ, ਨਾ ਕਿਤੇ ਜਾਂਦੇ, ਨਾ ਕੋਈ ਆਉਂਦੇ, ਆਪਣੇ ਵੀ ਮਸਤ ਰਹਿੰਦੇ। ਤੇ ਇੱਕ ਬਿਰਤੀ ਇਹ ਹੁੰਦੀ ਹੈ ਕਿ ਜਿਹੜੀ ਸੇਵਾ ਵੀ ਕਰਨੀ, ਨਾਮ ਵੀ ਜਪਣਾ ਤੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਹੁਕਮ ਦੇ ਵਿੱਚ ਰਹਿਣਾ। ਉਹ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੋਚ, ਜੋ ਸਿੱਖ ਸੂਰਮੇ ਖਾਲਸੇ ਦੇ ਵਿੱਚ ਜਿਹੜੇ ਗੁਰੂ ਨੂੰ ਪ੍ਰੇਮ ਕਰਨ ਵਾਲੇ, ਉਹ 7 ਬਚਨ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੜੇ ਸੇਵਕ ਸਨ, ਬਹੁਤ ਕੁਛ, ਪਰ ਗੁਰੂ ਬਾਬਾ ਲਹਿਣਾ ਜੀ 7 ਬਚਨ। ਗੁਰੂ ਅਮਰਦਾਸ ਜੀ 12 ਸਾਲ ਸੇਵਾ ਕੀਤੀ, 7 ਬਚਨ। ਇੱਕ ਵੀ ਮਨ 'ਚ ਫਰਮਾ ਨਹੀਂ ਭਈ ਮੈਨੂੰ ਕੁਛ ਮਿਲ ਜਾਏ ਜਾਂ ਕਿਸੇ ਚੀਜ਼ ਦੀ ਇੱਛਾ ਹੋਵੇ, ਨਿਰਵਾਣ ਹੋ ਕੇ ਸੇਵਾ ਕੀਤੀ। ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਨੇ ਕੀਤੀ। ਤੇ ਗੁਰੂ ਅਰਜਨ ਦੇਵ ਜੀ ਨੇ 7 ਬਚਨ ਕਿਹਾ ਤੇ ਹੁਕਮ ਮੰਨ ਕੇ ਲਾਹੌਰ ਚਲੇ ਗਏ। ਉੱਥੇ ਵਿਆਹ ਦੀ ਰਸਮ ਦੇ ਵਿੱਚ ਸ਼ਾਮਲ ਹੋਏ, ਬੜਾ ਸੋਹਣਾ ਕਾਰਜ ਹੋਇਆ। ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਾਇਆ, ਸੰਗਤਾਂ ਨੂੰ ਨਾਮ ਨਾਲ ਜੋੜਿਆ, ਬਾਣੀ ਨਾਲ ਜੋੜਿਆ। ਤੇ ਇਹ ਸਿਲਸਿਲਾ ਕਾਫੀ ਸਮਾਂ ਲੱਗ ਗਿਆ। ਸਵੇਰੇ ਮਹਾਰਾਜ ਨੇ ਜੋ ਪਾਠ, ਗੁਰਬਾਣੀ ਦਾ ਪਾਠ ਕਰਾਉਣਾ, ਆਸਾ ਹੀ ਵਾਰ ਦਾ, ਤੇ ਨਾਮ ਬਾਣੀ ਗੁਰੂ ਸ਼ਬਦ ਦੀ ਵਿਚਾਰ ਕਰਨੀ, ਤੇ ਸੰਗਤਾਂ ਨੂੰ ਨਾਮ ਨਾਲ ਜੋੜਨਾ, ਬਾਣੀ ਨਾਲ। ਤੇ ਮਨ ਦੇ ਵਿੱਚ, ਪਰ ਮਨ ਦੇ ਵਿੱਚ ਫਿਰ ਪ੍ਰੇਮ ਜਿਹੜਾ ਨਾ ਉਹ ਫਿਰ ਜਾਗਿਆ ਭਾਈ ਹੁਣ ਗੁਰੂ ਪਿਤਾ ਦੇ ਦਰਸ਼ਨ ਕਰਨੇ, ਸਾਸਤ ਵਿੱਚ ਦਰਸ਼ਨ ਕਰਨੇ। ਕਾਫੀ ਸਮਾਂ ਹੁਕਮ ਨਹੀਂ ਆਇਆ, ਹੁਕਮ ਦੀ ਇੰਤਜ਼ਾਰ ਚ ਜਦੋਂ ਹੁਕਮ ਆਏ ਤਾਂ ਅਸੀਂ ਆਏ। ਦੋ ਮਹਾਰਾਜ ਨੇ ਫਿਰ ਅਖੀਰ ਚਿੱਠੀ ਲਿਖੀ ਹੈ, ਇੱਕ ਸੁਨੇਹਾ ਭੇਜਿਆ, ਚਿੱਠੀ ਲਿਖ ਕੇ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਦਿਲਪ ਕਰੇ ਚਾਤਰ ਕੀ ਨਿਆਈ, ਤਿਰਖਾ ਨਾ ਉਤਰੇ ਸ਼ਾਂਤ ਨਾ ਆਵੇ, ਦਿਲ ਦਰਸ਼ਨ ਸੰਤ ਪਿਆਰੀ। ਜੀਓ ਹੋਂ ਭੋਲੀ ਜੋ ਭੋਲ ਕਮਾਈ, ਗੁਰਦਰਸ਼ਨ ਸੰਤ ਪਿਆਰੀ। ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਦਿਲਪ ਕਰੇ ਚਾਤਰ ਕੀ ਨਿਆਈ। ਭਾਈ ਮੇਰਾ ਮਨ ਲੋਚਦਾ ਹੈ ਦਰਸ਼ਨ ਕਰਨ ਦਾ, ਜਿੱਦਾਂ ਚਾਤਰ ਪੰਛੀ ਬੂੰਦ ਦਾ ਪਿਆਸਾ ਹੈ, ਤੇ ਇਸੇ ਤਰ੍ਹਾਂ ਮੈਨੂੰ ਸਤ ਸੰਗਤ ਦੇ ਤੇ ਨਾਮ ਦਾ ਤੇ ਦਰਸ਼ਨਾਂ ਦੀ ਪਿਆਸ ਹੈ। ਚਲੋ ਇਹ ਜੋ ਮਹਾਰਾਜ ਨੇ ਚਿੱਠੀ ਲਿਖੀ ਤੇ ਪ੍ਰਿਥਵੀ ਚੰਦ ਜੀ ਦੇ ਹੱਥ 'ਚ ਆ ਗਈ, ਉਹਨਾਂ ਨੇ ਨਹੀਂ ਦਿੱਤੀ। ਅਖੀਰਲੀ ਚਿੱਠੀ ਫਿਰ ਉਹਨਾਂ ਨੂੰ ਮਿਲੀ ਤੇ ਫਿਰ ਬਾਬਾ ਬੁੱਢਾ ਜੀ ਨੇ ਕਿਹਾ ਜਾਓ ਲਿਆਓ, ਲਾਹੌਰ ਜਾਓ ਤੇ ਲੈ ਕੇ ਆਓ। ਤੇ ਫਿਰ ਗੁਰੂ ਅਰਜਨ ਦੇਵ ਜੀ ਆਏ, ਤੇ ਜਦੋਂ ਆਏ ਤੇ ਉੱਥੇ ਜਾ ਕੇ ਮਹਾਰਾਜ ਚਰਨਾਂ 'ਚ ਮੱਥਾ ਟੇਕਿਆ ਤੇ ਫਿਰ ਆਪਣੇ ਸੇਵਾ ਦੇ ਵਿੱਚ ਜੁੜ ਗਏ। ਉਸੇ ਤਰ੍ਹਾਂ ਹੀ ਫਿਰ ਗੁਰੂ ਰਾਮਦਾਸ ਜੀ ਨੇ ਫਿਰ ਜੋ ਕਾਲ ਪੁਰਖ ਦਾ ਹੁਕਮ ਸੀ, ਗੁਰੂ ਅਰਜਨ ਦੇਵ ਨੂੰ ਗੱਦੀ ਦਿੱਤੀ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ। ਬੜਾ ਵਿਰੋਧ ਹੋਇਆ, ਪ੍ਰਿਥਵੀ ਚੰਦ ਬਹੁਤ ਵਿਰੋਧ ਕੀਤਾ, ਭਾਈ ਤੁਸੀਂ ਇਹ ਕੀ ਕੀਤਾ, ਮੈਂ ਵੱਡਾ ਸਾਂ, ਮੈਂ ਸਮਝਦਾਰ ਸਾਂ, ਸਿਆਣਾ ਸਾਂ, ਮੇਰਾ ਹੱਕ ਸੀ। ਪਰ ਜਿਹੜੀ ਗੱਦੀ ਹੈ ਇਹ ਕਿਸੇ ਦੀ ਕੋਈ ਆਪਣੀ ਜਾਇਦਾਦ ਨਹੀਂ ਹੈ, ਧੁਰ ਤੋਂ ਸੱਚਖੰਡ ਤੋਂ ਬਣ ਕੇ ਆਏ। ਗੁਰਮੁਖ ਪਾਹੀ ਦਾਤ ਇਲਾਹੀ, ਇਹ ਤਾਂ ਦਾਤ ਜਿਹੜੀ ਧੁਰ ਤੋਂ ਗੁਰੂ ਬਣ ਗਿਆ। ਤਤ ਵਿਚਾਰ ਜੇ ਮਥੜਾ, ਜਗ ਤਾਰਨ ਕੋ ਕਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਤੇ ਸੰਕਟ ਜੋੜ ਗਰਭ ਨਾ ਆਏ। ਇਹ ਤਾਂ ਧੁਰ ਤੋਂ ਹੀ ਗੁਰੂ ਬਣ ਗਿਆ। ਇਹ ਸਾਰੀ ਖੰਡਾਂ ਬਰਬੰਡਾਂ ਦੇ ਗੁਰੂ ਨੇ ਗੁਰੂ ਅਰਜਨ ਦੇਵ ਜੀ, ਇਸ ਧਰਤੀ ਦੇ ਨਹੀਂ। ਤਰਨ ਗਗਨ ਨਭ ਖੰਡ ਮੇ ਜੋਤ ਸਰੂਪੀ ਰਹਿਓ ਭਰ, ਪਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਾਰ। ਤਰਨ ਗਗਨ
ਧਰਤੀ ਆਕਾਸ਼ ਖੰਡਾਂ ਬ੍ਰਹਮੰਡਾਂ ਦੇ ਵਿੱਚ ਜੋਤ ਇਹ ਕਾਲ ਪੁੱਤਰੀ ਇਹ ਸਾਰੇ ਜਗਤ ਦੇ ਸਾਰੇ ਸੰਸਾਰ ਦੇ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਿਰਾਜਮਾਨ ਹੋਏ ਤੇ ਗੁਰੂ ਰਾਮਦਾਸ ਜੀ ਨੇ ਨਾ ਅੰਮ੍ਰਿਤਸਰ ਦੇ ਦੀ ਜੋ ਜਗ੍ਹਾ ਜਮ੍ਹਾਂ ਖਰੀਦ ਕੇ ਉੱਥੇ ਨਗਰ ਵਸਾਉਣ ਵਾਸਤੇ ਉਹਨਾਂ ਨੇ ਫਿਰ ਇਹ ਸਾਰਾ ਉਸ ਨੂੰ ਦੱਸਿਆ ਸਾਰਾ ਕੁਛ ਉਹਨਾਂ ਨੇ ਆਪਣੇ ਹੱਥੀਂ ਸ਼ੁਰੂ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਸੇਵਾ ਪੂਰਨ ਕਰਤੀ ਤੇ ਸਾਰਾ ਕਾਰਜ ਪੂਰਾ ਕੀਤਾ ਤੇ ਬਹੁਤ ਸੋਹਣੀ ਇਮਾਰਤ ਬਣਾਈ ਤੇ ਗੁਰੂ ਸਾਹਿਬ ਜੀ ਨੇ ਪਹਿਲਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ 15 ਭਗਤਾਂ ਦੀ ਬਾਣੀ 6 ਗੁਰੂ ਸਾਹਿਬ ਦੀ ਬਾਣੀ ਭੱਟਾਂ ਦੀ ਬਾਣੀ ਸਾਰੀ ਬਾਣੀ ਇਕੱਠੀ ਕਰ ਤੇ ਗੁਰੂ ਸਾਹਿਬ ਜੀ ਨੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ 430 ਅੰਗ 30 ਰਾਗ ਬਾਅਦ 31 ਰਾਗ ਬਣੇ ਗੁਰੂ ਸਾਹਿਬ ਨੂੰ ਲੋੜ ਇਸ ਵਾਸਤੇ ਪਈ ਉਸ ਟਾਈਮ ਪ੍ਰਿਥੀ ਚੰਦ ਜੀ ਨੇ ਨਾ ਆਪਣਾ ਗ੍ਰੰਥ ਲਿਖਣਾ ਸ਼ੁਰੂ ਕੀਤਾ ਮਿਹਰਬਾਨ ਉਹਨਾਂ ਦਾ ਪੁੱਤਰ ਹੈ ਉਹ ਬੜਾ ਵਿਦਵਾਨ ਹੈ ਫਾਰਸੀ ਦਾ ਅਰਬੀ ਦਾ ਉਹਨਾਂ ਨੇ ਸ਼ਬਦ ਆਪਣੇ ਕੋਲੋਂ ਲਿਖ ਕੇ ਤੇ ਗੁਰੂ ਨਾਨਕ ਮਤ ਪਿੱਛੇ ਲਿਖਿਆ ਤੇ ਉਹ ਜਿਹੜੀ ਆਪਣੀ ਗੱਲ ਆਪਣੇ ਕੋਲੋਂ ਲਿਖ ਕੇ ਆਪਣੇ ਵਿਚਾਰ ਲਿਖ ਕੇ ਤੇ ਮਤ ਨਾਨਕ ਲਿਖਿਆ ਇਹਦੇ ਨਾਲ ਨਾ ਇਹ ਰਲੇਵਾਂ ਜਿਹੜਾ ਨਾ ਮਤਲਬ ਕੱਚੀ ਬਾਣੀ ਦਾ ਤੇ ਸੰਗਤਾਂ ਜਿਹੜੀਆਂ ਨਾ ਇੱਕਦਮ ਮਤਲਬ ਦੁਬਦਾ 'ਚ ਪੈ ਗਈਆਂ ਵੀ ਇਹ ਕੀ ਬਣੇਗਾ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਵਿੱਚ ਇਹਨਾਂ ਨੇ ਆਪਣੀ ਬਾਣੀ ਵਿੱਚ ਇਹ ਤਾਂ ਗੱਲ ਮਾੜੀ ਹੋਈ ਫਿਰ ਗੁਰੂ ਸਾਹਿਬ ਜੀ ਨੇ ਫਿਰ ਨਾ ਰਾਮਸਰ ਦੇ ਸਰੋਵਰ 'ਤੇ ਉੱਥੇ ਫਿਰ ਭਾਈ ਗੁਰਦਾਸ ਜੀ ਨੂੰ ਨਾਲ ਲਿਆ ਤੇ ਫਿਰ ਸਾਰੀ ਬਾਣੀ ਜਿਹੜੀ ਮਹਾਰਾਜ ਨੇ ਦਿਖਾਈ ਆਪਣੇ ਹੱਥੀਂ ਇੱਕ ਓਂਕਾਰ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ 17 ਰਾਗਾਂ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ 62 ਸ਼ਲੋਕ ਗੁਰੂ ਅਮਰਦਾਸ ਜੀ ਦੇ 17 ਰਾਗਾਂ ਦੀ ਬਾਣੀ ਸ਼ਲੋਕ ਗੁਰੂ ਰਾਮਦਾਸ ਜੀ 30 ਰਾਗਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ 30 ਰਾਗਾਂ ਦੇ ਵਿੱਚ 994 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 2200 ਤੋਂ ਵੱਧ ਸ਼ਬਦ ਜਿਹੜੇ ਆ ਨਾ ਇਕੱਲੇ ਗੁਰੂ ਅਰਜਨ ਦੇਵ ਜੀ ਦੇ ਆ ਉਹ ਗੁਰੂ ਅਮਰਦਾਸ ਜੀ ਦੇ ਬਚਨ ਨੇ ਦੋਤਾ ਬਾਣੀ ਦਾ ਬੋਧ ਪ੍ਰਿਥੀ ਚੰਦ ਬੜੀ ਮਤਲਬ ਈਰਖਾ ਕਰਦਾ ਹੈ ਕਿਸੇ ਨਾ ਕਿਸੇ ਤਰੀਕੇ ਮੈਨੂੰ ਇਹ ਗੱਦੀ ਹਾਸਲ ਹੋ ਜਾਏ ਫਿਰ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਬਾਣੀ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ 1604 ਦੇ ਵਿੱਚ ਬਾਬਾ ਬੁੱਢਾ ਜੀ ਨੂੰ ਸਭ ਤੋਂ ਪਹਿਲੇ ਗ੍ਰੰਥੀ ਥਾਪਿਆ ਗਿਆ ਤੇ ਪ੍ਰਕਾਸ਼ ਕੀਤਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਤੇ ਬਚਨ ਕੀਤਾ ਵੀ ਜਿਹੜਾ ਵੀ ਕਲਯੁਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇਗਾ ਨਾ ਉਹਦਾ ਇਸ ਸੰਸਾਰ ਚੋਂ ਆਇਆ ਜੀਵਨ ਸਫਲ ਹੋ ਜਾਏਗਾ ਮੁਕਤ ਹੋ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗਾਵੇ ਗੁਰੂ ਗੋਬਿੰਦ ਪੂਰਨ ਬ੍ਰਹਮ ਗਿਆਨ ਇਹ ਪ੍ਰਮਾਤਮਾ ਦਾ ਘਰ ਹੈ ਇਹ ਵਾਹਿਗੁਰੂ ਦਾ ਘਰ ਹੈ ਜਿਹੜਾ ਵੀ ਇੱਥੇ ਬਹਿ ਕੇ ਉਸ ਵਾਹਿਗੁਰੂ ਜੀ ਦੀ ਬਾਣੀ ਨਾਲ ਜੁੜੇਗਾ ਉਹਨੂੰ ਪੂਰਨ ਪ੍ਰਮਾਤਮਾ ਦੇ ਉਹਦੇ ਅੰਦਰ ਪ੍ਰਮਾਤਮਾ ਦਾ ਗਿਆਨ ਪ੍ਰਗਟ ਹੋ ਜਾਏਗਾ
थाल वित वस्तु पइयो और भोजन अमृत सार, जित खाधे मन तृप्तिए पाइए मुख द्वार, ये भोजन अलभ है संतो लभे गुर विचार। ये गुरु अमरदास जी के बचन हैं। ये थाल विच परमात्मा के नाम का भोजन है। 3 वस्तु जिहदे खाण दे नाल, मतलब जिन्हों जिहदे नाल जिहड़ी बाणी नूं पढ़न दे नाल, मन च वसाण दे नाल, जीवन दे विच कमाण दे नाल उसदा उद्धार हो जाएगा। पर यह भोजन गुरु कोलों मिलेगा। ये भोजन सचखंड का है, ये आत्मा का भोजन है। जे को खावै जे को पूछे तिसदा होए उधारो, यह वस तज न जाई नित नित रखो पार। एडी बड़ी कृपा संसार की। दुनिया के इतिहास के जिन्ने भी धर्म ग्रंथ हैं तो जिन्ने भी धर्म स्थान हैं, उन्होंने स्थानों के उन्होंने महापुरुषों की अगमरां की उन्होंने दियां निशानियां ने, तो उन्होंने जोड़े सेवक ने उन्होंने मत्था टेकते। जिन्ने भी बड़े बड़े पैगंबर अवतार हुए हैं, उन्होंने निशानियां ने, उन्होंने मूर्तियां ने। पर गुरु अर्जन देव जी ने ना सारी मनुखता के उत्ते भला किया। ये अकाल पुरख की बाणी है। वाह वाह बाणी निरकार है, तिस जेवड़ अवर न होए। ये उत्ते होर कोई चीज नहीं। अमृत बाणी हर हर तेरी, सुन सुन होए परम गत मेरी। ये बाणी अमृत बचन साध की बाणी, जो जो जपे तिसकी गत होए। हर हर नाम दर्शन बखानी, कली काल के मिठे कलेशा, एको नाम मन में प्रवेशा। अमृत बचन साध की बाणी, जो जो जपे तिसकी गत होए। हर हर नाम दर्शन बखानी, जेड़ा जेड़ा भी जपेगा उस संसार तो मुक्त होएगा। एडी बड़ी कृपा मारे ने की। पर उस वक्त जो सनातन धर्म के बंदे सन, या दूसरे इस्लाम नूं कट्टर जड़े बंदे सन ना, उन्होंने ना ये देखा भाई ये जड़ा ग्रंथ, जड़ा गुरु ग्रंथ साहब ग्रंथ आदि ग्रंथ जो गुरु अर्जन देव ने लिखा है, प्रकाश किया है, ये उन्होंने भगतों की बाणी है जिहड़े छोटी जात वाले असीं मनते हैं। उन्होंने तुसीं मंदिरां च नहीं आण दिंदे, उन्होंने बड़ा सत्कार दिता गुरु अर्जन देव जी। असीं 4 वर्णां नूं मनदे हाँ, इन्होंने 4 वर्णां दा खंडन किया, कर्म कांडा का खंडन किया, देवी देवते की पूजा का खंडन किया। ये विरोधता जी ना उन्होंने मन में पई, तो चंदू जड़ा सी ना वो अगे ईर्खा करता सी, ते बाबा पृथ्वी चंद जी अगे ईर्खा करते सन। होर नाल वीरबल रल के सारे इधर कट्टर मुसलमान जिहड़े सन, उन्होंने भी देखा वा भाई गुरु अर्जन देव जी ने उन्हों का उपदेश सुन के, उन्होंने बाणी उन्होंने पढ़ के जो मुसलमान ने ना वो भी सिख बन रहे हैं। ये तो इस्लाम के उल्ट है, क्योंकि गुरु साहब के जोड़े प्रचारक सन, भाई बैलो, भाई नगाह, भाई मंझ, ये सर्व सखी के पुजारी सन। जदों शब्द न जुड़े, नाम न जुड़े, परमेश्वर की बाणी न जुड़े, उन्होंने मन जाग पाया तो वो नाम के विच रंगे गए। इहो जिहे बहुत सन गुरु अर्जन देव जी के सेवक, पर उन्होंने लोगों में उन्होंने ईर्खा पैदा हुई तो उन्होंने जाके फिर जहांगीर नूं कहा वा भाई गुरु अर्जन देव जी ने ना भोले भाले मुसलमानों नूं सिख बना रहे हैं, तो सनातन वाले ने कहा भी तुसी
जिन्हां भगतां नूं असीं मंदिर 'च नहीं आण दिंदे उन्होंने उन्होंने बड़ा वड्डा सन्मान दिता जां तां उहदे विच साडे जिहड़े देवी देवतिਆਂ नूं वड्डा सन्मान दिवाया जाए। मुहम्मद साहब जी के दोहरे जो भी लिखा जाए पर उन्होंने इन्हां दा कोई जिक्र नहीं किया है। तो उन्होंने ईर्खा सी तो उन्होंने जहांगीर अगे बड़ा कट्टर सी। जहांगीर ने फिर कहा कोई नहीं इसका फैसला करते हैं। ये सारे तत्त रल गए, विरोधी बंदे सारे इकट्ठे हो गए पर गुरु अर्जन देव जी काल पुरख का नाम जपण वाले परमेश्वर वो तो काल पुरख वाहेगुरु के हुक्म दे विच चरण कमल आधार जन का रास पूंजी एक तान मान दीवान साचा नानक की प्रभ टेक। साडा तो चरण कमल आधार जन का रास पूंजी है। वाहिगुरु के चरण कमल ही साड़ी जिंदगी का आसरा है, साड़ी रास पूंजी साड़ी टेक ही परमेश्वर है। असी किसी का होर आसरा नहीं। ये विरोधता बढ़ गई तो फिर जहांगीर ने हुक्म सुनाया कि गुरु अर्जन देव जी को 3 गल्लां लिख के दित्तियां ने, जां तां तुसीं सलाम धर्म कबूल कर लो, जां 1 लाख रुपया जुर्माना भरो, तो जां जिहड़ा तुसीं गुरु ग्रंथ लिखा है उहदे विच मुहम्मद साहब की स्पैशल सिफ्त लिखो, तो जिन्ने भी देवी देवते उन्हों का भी जिक्र पूरा करो, उन्होंने ज़्यादा सिफत। पर गुरु अर्जन देव जी ने कहा भी ये बाणी तो धुर तो आई है, काल पुरख की बाणी दे कुछ नहीं बदल सकते, ये धुर तो सचखंड तो बाणी आई है। ये तो काल पुरख के भगतां महापुरुषों के अंदर काल पुरख की बाणी वरती ते ये सचखंड तो बाणी आई, इनू नहीं बदलिया जा सकता। फिर गुरु अर्जन देव ने शहीद करने का हुक्म दिता तो लाहौर सतगुरु जी फिर आप गए। उत्थे फिर महाराज के उत्ते तसीहे दिते। चंदू ने फिर महाराज तत्ती तवी ते बिठाया। गुरु के सिख देख रहे हैं। उस टाइम भाई पैड़ा जी, बाबा वेरी चंद जी, और बड़े सिख सारे देख रहे हैं। भाई लंगाज, भाई बहलो, भाई मन। पर गुरु साहब जी तती तवी ते बह के काल पुरख के गीत गाते हैं। उन्होंने दस दिता भाई बाणी की किन्नी ठंड है, किन्नी तसीर है। जोड़ा बाणी जपण वाला, जोड़ा परमेश्वर का नाम जपण वाला, तती तवी होवे, चाहे सूरज की किरणा हो, तती रेता होवे, उन दला नहीं सकती। ये बाणी की तस्वीर दसी है महाराज ने। ये महाराज ने दसिया भी कितनी महान है काल पुरख की बाणी। तती तवी, उबलती रेता, सूरज की किरणा, सूरज की धुप कड़ाके की, पर गुरु अर्जन देव जी शीतल। उसका कारण कि गुरु साहब जी की काल पुरख की बाणी की तस्वीर दसी है महाराज ने कि इन्नी अमृत बाणी ठंडी। अमृत बाणी हर हर तेरी सुन सुन होए परम गत ले। ये परमात्मा की बाणी। सतगुरु की जिसनू मत आए सतगुरु मैं समा। ये बाणी जो जियो जाने संतर रवे हर नामा। जिदे अंदर परमात्मा की बाणी बस गई, ਉਹਦੇ अंदर परमात्मा का नाम, परमात्मा परमेश्वर का नाम बस। सतगुरु जी ने तत्ती तवी ते बिठाया, उत्ते उबलती रेता पाई चंदू ने, ते सतगुरु जी का शरीर एकदम है छन्नी हो गया। गुरु साहब जी शीतल हो के उस काल पुरख का शुकराना करते। तेरा कीड़ा मीठा लागे हर नाम पदार्थ नानक।
भाणा मनण की दात सबको न दिती। कितना भी औखा समा आ जाए लेकिन नाम तो दे बाणी को ना टुटे, दिड़दा मारे ने दिती। सतगुरु पातशाह जी शहीद होए तो गुरु अर्जन देव जी महाराज जानते सन जो अमृतसर तो तुरे ने तो सारा कुछ गुगद्दी का जो गुरु साहब गुरु नानक साहब का जो सी 5 पैरे ते नाल अरियल गद्दी दे के गए गुरु श्री गुरु हर राय साहब, श्री गुरु हर गोबिंद साहब। उस टाइम मारे 13 साल की उम्र, क्योंकि मारे ने शहीद होना सी। क्योंकि शहीद गुरु अर्जन देव जी शहीद होए, उस तो बाद मीरी पीरी का जन्म होया। उस तो बाद गुरु तेग बहादुर जी ने शहादत दी। इन्ना बदलाव आ गया। गुरु अर्जन देव जी शहीद होंदे ने, सिख देख रहे ने, हथ जोड़ के खड़े ने महाराज चरणों के, हुक्म करो महाराज, दिल्ली ते लाहौर नूं खड़का दीए, तुसीं हुक्म करो। एडे एडे महान गुरु साहब जी दे सिख, पर महाराज कहते ने भी की करोगे, ये तो असीं करना ही करना। शहीदी खालसे की जिहड़ी नींह है ना, ये पक्की करनी। शहीदां दे सरताज गुरु अर्जन देव जी, और उस तो बाद शहीदां दीयां झड़ियां लग गईयां। खालसा पंथ नूं इन्ना पक्का करता कि दुनिया की कोई तक कोई भी बंदा ना, कोई भी शक्ति जिहड़ी ना गुरु के काल पुरख के खालसे नूं कोई हिला नहीं सकदा। एने पक्कियां जड़ां कर। इस शहीदी दे विचों साहिबजादे ने शहीदियां हुईयां, लखां गुरसिखां महासूरमियां दीयां शहीदियां हुईयां, क्योंकि गुरु अर्जन देव जी शहीदां दे सरताज। बड़े पीर पैगंबर अवतार आए हैं, उन्होंने अपना अपना धर्म चलाया, अपने ही सेवकां नूं, अपने ही उन्होंने वास्ते उन्होंने किया। पर गुरु अर्जन देव जी ने वो काम करता कि सारी मनुखता वास्ते ना उन्होंने अमृत बाणी दे सचखंड श्री मंदिर साहब के प्रकाश किया। कोई भी आवे, जे को कोई भी आवे, कोई भी आए, ये अमृत नाम प्रसाद सके तो उहदा आधार ये सचखंड तो लैके आया। ये रूहानियत की खुराक है। जे को खावे, जे को पूछे, सिजदा हो उधारो। यह बस तजे न जाई नित नित राखोता। जेड़ा कोई पढ़ेगा, आप पढ़ेगा, विचारेगा, अपनी जिंदगी के विच कमाएगा, उहदा आधार होगा। कल युग के जिन्ने भी कर्म कांड जिन्ने भी हैं, सारियां नूं मिटा के महाराज ने काल पुरख की भगती नाम सिमरन चले। गुरु ग्रंथ साहिब महाराज की बाणी सारी एक ओंकार की व्याख्या करती है। सारी बाणी एक ओंकार की व्याख्या करती है। और काल पुरख परमेश्वर के नाम से जोड़ ये मनुखता का भला गुरु अर्जन देव जी ने किया। तत् विचार ने मथुरा जग तारण को अवतार बनायो, जप्यो जिन अर्जन देव गुरु के संकट जोन गर्भ न आयो। तरण गगन नाम खंड में ज्योत स्वरूपी रहो भर, पर मथुरा कछ भेत नहीं, गुरु अर्जन प्रतख हर है गुरु अर्जन देव जी महाराज। 6वें पातशाह तख्त पर बैठे ने, फिर महाराज ने फिर मेरी पीरी का सिद्धांत चलाया। 2 तलवारां पाइयां महाराज ने, काल तख्त साहब की रचना की। तो फिर महाराज ने कहा भी हुण समा आ गया इन्हां जालमां दीयां जड़ां वड्ढण वास्ते। ये गुरु अर्जन देव जी ने नींह रखी है जुल्म नूं मिटाउण वास्ते। ये जुल्म जिहड़ा किसी एक फिरके की नहीं है, सारी मनुखता उत्ते जो जुल्म करते हैं, उस समय के जिहड़े राजे महाराजे उन्होंने मिटाउण वास्ते महाराज ने फिर मेरी पीरी का सिद्धांत लाया। हुण शस्त्र की लोड़ है।
गुरु साहब जी तख्त ते बैठे तो मेरी पीर का काल तक सब रचना की तो फरमान जारी किया, वधिया तो वधिया शस्त्र, वधिया वधिया घोड़े, एक घर का नौजवान इतने आके भेज करो। हुण जड़ा वड्ढनियां हैं इस हुकूमत दियां। उस वक्त फिर गुरु साहब जी ने भाई बिधि चंद जी ने फिर उठ के कहा, महाराज 500 नौजवान सूर सिंह वाल तो अपने पिंड तो लैके आए हैं। महाराज दो टाइम वक्त का प्रशादा तो एक बारी पाण वास्ते बस्तर, बस होर कुछ नहीं चाहिए। जदों तुसीं हुक्म करोगे असीं तुहाडे अपना ये सारा कुछ शहीदियाँ प्राप्त कर लेंगे। तुहाडे बचन दे फौज बनी, 4 युद्ध मारे ने कीते, 4 युद्ध जिते। श्री गुरु हरराज साहब जी 6वें पातशाह जी के पोतरे बाबा गुप्ता जी के पुत्र वो गद्दी से बैठे, 2200 घोड़ सवार रखा। फिर महाराज ने कहा भी जंग नहीं करनी, ना जंग करने की लोड़ पैनी है, जो भी जंग करन आएगा ना तुहाडे तक पहुँचेगा। औरंगजेब तख्त से बैठा है तो उन्हें बड़े यत्न किए, पर गुरु हरराज साहब ने जंग नहीं करनी। गुरु अर्जन देव जी शहीद होए, सारी धरती के उत्ते कृपा। सुखमणी साहब जी की बाणी मारे तेरे शीतल बाणी जो गुरु महाराज जी गुरु ग्रंथ साहब जी के तकरीबन 994 शब्द हैं तो कले गुरु अर्जन देव जी के 2200 तो भी वध शब्द गुरु ग्रंथ साहब के, क्योंकि बाणी के जहाज गुरु अर्जन देव। गुरु अर्जन देव जी ने बड़ी कृपा सानू, असीं सुखमणी साहब का पाठ भी करते हैं, सब कुछ करते हैं, पर जिहड़ा बाणी नाल पढ़ के ना अपने जीवन च कमाएगा ना, केवल एक काल पुरख का नाम जपेगा। सारी बाणी का तद भाग यही है, केवल काल पुरख की भगती, किसी होर डेरादार या किसी के कोल नहीं जाना, किसी की ईड़ नहीं बननी, किसी के नाल किसी दे ईड़ नहीं बननी। अज तुसीं देखो 6 जून गुरु अर्जन देव जी शहादत प्राप्त की है, तो हिंदुस्तान की फौज और 3 मुल्कों की फौज सारी ने गुरु हरमंदर साहब जी को घेर के अटैक किया, पर वो मजीबड़े महान सूरबीर योधे संत महापुरुष बाबा जरनैल सिंह ने उन्होंने टाकरा किया, उन्होंने सबक सिखाया, भाई गुरु का खालसा अजे भी कायम। कुछ 200-250 गुरु का खालसा से लखा फौजां नाल लड़ के भी वो उन्होंने हरा नहीं सके, क्योंकि संत बाबा जरनैल सिंह जी कहते सन भाई सीरक मौत नूं असली मंदे, जिदन साडी जमीर मर गई उस दिन मौत समझियो, चाहे सारी दुनिया की पुलिस सारे देशों की पुलिस फौज आ जाए, पर गुरु के खालसे साडा जिहड़ा ईमान नहीं टेक सकती। असीं एक नींह रख रहे हैं, ये गुरु रामदास महाराज जी कृपा करनगे, इस नींह दे विच खालसा ही झंडा लहराया जाएगा, और इस जालम गौरमेंट को सबक सिखाने वास्ते गुरु के सिख पैदा होना। ये सारी कृपा गुरु अर्जन देव महाराज की बाणी की अमृत की ताकत। सतगुरु महाराज अज जो सतगुरु जी का शब्द है, गुरु रामदास जी समा हो गया, सिर्फ असीं महाराज जी के राव के बचन में मेरे मन जप राम नाम सब अर्था। मेरे मन मेरे जपन का संबंध रचना है। मेरे मन वाहिगुरु का नाम जप, मेरे मन भज राम नाम सब अर्था। भजन कारस वाहिगुरु का जिहड़ा सारे ही सुख सारिया ही दातां का एक पदार्थ है। अर्थ
सारे सुख, सारियां दातां, सारियां बख्शां। गुरपूरे हर नाम दिरड़ाया, पूरे गुरु ने नाम नूं हिरदे च पक्का किया। बिन नावे जीवन बिरथा, बिन नावे जीवन बिरथा, बिना नाम तो बंदे का जीवन व्यर्थ है। चाहे कितना भी सियाणा होवे, कितना भी समझदार होवे, सारे गुण होण, जे नाम नहीं ना तो वो उसनूं मारे नहीं गया भी उहदे वेलों कोई मोड़ नहीं। बिन गुर मूड़ पए हैं मन मुख, ते मोह माया नित फाता। बिना गुरु तो, बिना गुरु की शरण तो बंदा कितना भी कोई सियाणा होवे मूर्ख है, तो वो माया के मन मुख की गल की, मोह के फसिया है। जिन्हें भी धर्म कर्म करता है, जो भी करता है ना, माया नहीं करता। पर जोड़ा गुरु का नाम जपता, जोड़ा गुरु की बाणी पढ़ता, जोड़ा गुरु के संदेश चलता, वह सब कुछ किया होया सफल है। और नाम जपिया सफल है, और सेवा की सफल है, क्योंकि वो गुरु वाला। वो कहता भी जो कुछ ही कर रहा ना, मेरा गुरु करा रहा है, मेरा सतगुरु करा रहा है, मैं नहीं करूँगा। एक बचन आज गुरु रामदास जी ने, गुरु अर्जन देव जी महाराज जी का शहीदी दिन मना रहे संतां। सवेर तो ही संतां बड़े प्यार नाल, भावना नाल मन करके मना रहे। गुरु साहब की कृपा करन ते मेहर करन, जो सतगुरु जी की बाणी है उन्होंने असीं पढ़ीए, आप पाठ करिए, भावें 2-5 अंग करिए, प्यार नाल करिए, हौली हौली करिए। देखो कितना सुख ते कितना आनंद मिलता। तो जो महाराज सानू कहते हैं उहदे हिसाब नाल अपने जीवन चलाए। ये गुरु साहब जी का उपदेश है। गुरु साहब की कृपा करन, मेहर करन। ये नियाई बेटियां प्रवान खुद खुला होया बाणी पढ़ते हैं, विचार करते हैं। सतगुरु की बख्शनार पूरा निसंदेह बख्शनार। वाहिगुरू जी का खालसा, वाहिगुरू जी की फतेह। Thank you.